ਮੈਨੂੰ ਮੇਰੇ ਅਰਬੀ ਮਾਲਕ ਨੇ 2 ਕਰੋੜ ਦੀ ਆਫਰ ਦਿੱਤੀ। ਮੈਂ ਸ਼ਾਦੀशुदा ਸੀ, ਪਰ 2 ਕਰੋੜ ਦਾ ਸੁਣ ਕੇ ਮੇਰੀ ਨੀਅਤ ਬਦਲਣ ਲੱਗੀ ਤੇ ਫਿਰ ਮਾਲਕ ਤੋਂ 10 ਦਿਨ ਦੀ ਮੌਲਤ ਮੰਗੀ ਤੇ ਸੋਚਣ ਲੱਗੀ, ਕਿਉਂਕਿ ਇੰਨੀ ਸਾਰੀ ਰਕਮ ਸਾਰੀ ਜ਼ਿੰਦਗੀ ਵੀ ਨਹੀਂ ਕਮਾ ਸਕਦੀ ਸੀ ਤੇ ਅਰਬੀ ਦਾ ਆਫਰ ਕਬੂਲ ਕਰ ਲਿਆ। ਪਰ ਪਹਿਲੀ ਰਾਤ ਹੀ ਮੇਰੇ ਹੋਸ਼ ਉੱਡ ਗਏ ਜਦੋਂ ਅਰਬੀ ਨੇ ਮੈਂ ਪੂਰੀ ਰਾਤ ਸਕੂਨ ਨਾਲ ਸੋ ਨਹੀਂ ਪਾਈ ਸੀ। ਅੱਖਾਂ ਬੰਦ ਕਰਦੀ ਤਾਂ ਮੈਨੂੰ ਨੋਟਾਂ ਦੇ ਬੰਡਲ ਨਜ਼ਰ ਆਉਣ ਲੱਗਦੇ। ਅੱਖਾਂ ਖੋਲ੍ਹਦੀ ਤਾਂ ਉੱਥੇ ਪੁਰਾਣਾ ਜਿਹਾ ਕਮਰਾ ਤੇ ਛੱਤ ਤੇ ਲੱਗਿਆ ਟੁੱਟਾ ਜਿਹਾ ਪੱਖਾ ਨਜ਼ਰ ਆਉਣ ਲੱਗਦਾ, ਜੋ ਪੁਰਾਣਾ ਤੇ ਖਰਾਬ ਹੋਣ ਦੀ ਵਜ੍ਹਾ ਨਾਲ ਇੰਨਾ ਹਲਕਾ ਚੱਲ ਰਿਹਾ ਸੀ, ਚੱਲਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜ ਚੁੱਕੀ ਸੀ। ਮੈਂ ਇੱਕਦਮ ਹੀ ਉੱਠ ਕੇ ਬੈਠ ਗਈ। ਆਪਣੇ ਬਰਾਬਰ ਨਜ਼ਰ ਫੇਰੀ ਤਾਂ ਮੇਰੇ ਬਰਾਬਰ ਮੇਰਾ ਪਤੀ ਇਸ ਗਰਮੀ ਤੇ ਬਹੁਤ ਪਸੀਨੇ ਵਿੱਚ ਬੇਖਬਰ ਸੋ ਰਿਹਾ ਸੀ। ਕੱਲ ਤੱਕ ਤਾਂ ਮੈਂ ਵੀ ਥਕਾਨ ਨਾਲ ਚੂਰ ਗਰਮੀ ਵਿੱਚ ਹੀ ਸੋ ਜਾਇਆ ਕਰਦੀ ਸੀ, ਪਰ ਜੋ ਵਾਕਿਆ ਅੱਜ ਮੇਰੇ ਨਾਲ ਹੋਇਆ ਸੀ ਉਸਨੇ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਮੈਂ ਆਪਣੇ ਅਰਬੀ ਮਾਲਕ ਤੋਂ ਬਸ 2 ਦਿਨ ਦੀ ਮੋਹਲਤ ਮੰਗੀ ਸੀ ਤੇ ਮੈਂ ਜਦੋਂ ਤੋਂ ਘਰ ਵਾਪਸ ਆਈ ਸੀ ਲਗਾਤਾਰ ਸੋਚ ਰਹੀ ਸੀ, ਕੀ ਕਰਾਂ ਕੀ ਨਾ ਕਰਾਂ। 2 ਕਰੋੜ ਕੋਈ ਛੋਟੀ ਮੋਟੀ ਰਕਮ ਤਾਂ ਨਹੀਂ ਹੁੰਦੀ, ਬਹੁਤ ਵੱਡੀ ਰਕਮ ਸੀ। ਮੇਰੇ तमाम ਮਸਲੇ ਮਾਲਕ ਦੇ 2 ਕਰੋੜ ਦੀ ਵਜ੍ਹਾ ਨਾਲ ਹੱਲ ਹੋ ਸਕਦੇ ਸੀ, ਪਰ ਇਸ ਰਕਮ ਲਈ ਜੋ ਚੀਜ਼ ਉਹਨਾਂ ਨੇ ਮੇਰੇ ਤੋਂ ਮੰਗੀ ਸੀ ਉਹ ਵੀ ਛੋਟੀ ਨਹੀਂ ਸੀ, ਬਹੁਤ ਵੱਡੀ ਗੱਲ ਸੀ। ਕਿਉਂਕਿ ਮੈਂ ਇੱਕ ਸ਼ਾਦੀशुदा ਔਰਤ ਸੀ, ਮੈਂ ਕਿਵੇਂ ਉਹਨਾਂ ਨਾਲ ਉਹ ਸਭ ਕਰ ਸਕਦੀ ਸੀ ਜਿਸ ਦੇ ਹਰਜਾਨੇ ਦੇ ਰੂਪ ਵਿੱਚ ਹੀ ਉਹ ਮੈਨੂੰ 2 ਕਰੋੜ ਰੁਪਏ ਦੇ ਰਹੇ ਸੀ। ਮੈਂ ਪਹਿਲਾਂ ਤਾਂ ਮਾਲਕ ਦੀ ਗੱਲ ਸੁਣਦੇ ਹੀ ਮਨਾ ਕਰ ਦਿੱਤਾ ਸੀ, ਪਰ ਅਗਲੇ ਹੀ ਪਲ ਮੈਨੂੰ ਆਪਣੀ ਗਰੀਬੀ ਦਾ ਖਿਆਲ ਆਉਣ ਲੱਗਿਆ। ਮੈਂ ਕਿਹਾ, ਮੈਨੂੰ 2 ਦਿਨ ਦੀ ਮੋਹਲਤ ਦੇ ਦਿਓ, ਮੈਨੂੰ ਸੋਚਣ ਲਈ ਸਮਾਂ ਚਾਹੀਦਾ ਹੈ। ਉਹ ਕਹਿਣ ਲੱਗਿਆ, 2-3 ਤੋਂ ਜ਼ਿਆਦਾ ਦਾ ਸਮਾਂ ਨਹੀਂ ਦੇ ਸਕਦਾ, ਮੈਨੂੰ ਤੁਸੀਂ 2 ਦਿਨ ਤੱਕ ਜ਼ਰੂਰ ਜਵਾਬ ਦੇ ਦੇਣਾ। ਮੈਂ ਹਾਮੀ ਭਰ ਲਈ ਤੇ ਘਰ ਵਾਪਸ ਆਈ। ਜਦੋਂ ਤੋਂ ਘਰ ਆਈ ਸੀ ਮੇਰਾ ਸਾਰਾ ਧਿਆਨ ਮਾਲਕ ਦੀ ਇਸ ਗੱਲ ਨੂੰ ਸੋਚੇ ਜਾ ਰਿਹਾ ਸੀ। ਮੈਂ ਇੱਕ ਫੈਕਟਰੀ ਵਿੱਚ ਨੌਕਰੀ ਕਰਦੀ ਸੀ, ਉੱਥੇ ਬੱਚਿਆਂ ਦੇ ਰੈਡੀਮੇਡ ਕੱਪੜੇ ਤਿਆਰ ਕੀਤੇ ਜਾਂਦੇ ਸੀ ਤੇ ਮੈਂ ਉਹਨਾਂ ਔਰਤਾਂ ਦੀ ਸੁਪਰਵਾਈਜ਼ਰ ਸੀ ਜੋ ਉੱਥੇ ਕੱਪੜੇ ਸਿਲਾਈ ਕਰਦੀਆਂ ਸੀ। ਹਾਲਾਂਕਿ ਉੱਥੇ ਮੇਰੇ ਤੋਂ ਪਹਿਲਾਂ ਵੀ 2 ਔਰਤਾਂ ਸੁਪਰਵਾਈਜ਼ਰ ਦੇ ਕੰਮ ਨੂੰ ਅੰਜਾਮ ਦੇ ਰਹੀ ਸੀ, ਪਰ ਮਾਲਕ ਜਿਸ ਕਦਰ ਮੇਰੇ ਨਾਲ ਨਰਮੀ ਤੇ ਪਿਆਰ ਨਾਲ ਪੇਸ਼ ਆਉਂਦਾ ਸੀ, ਬਾਕੀ ਸਟਾਫ ਨਾਲ ਉਹਨਾਂ ਦਾ ਸੁਭਾਅ ਇਦਾਂ ਨਹੀਂ ਸੀ। ਉਹ ਬਾਕੀ ਵਰਕਰਾਂ ਨਾਲ ਸਖਤ ਲਹਿਜੇ ਵਿੱਚ ਹੀ ਗੱਲ ਕਰਦਾ ਸੀ। ਮੈਂ ਪਿਛਲੇ 6 ਮਹੀਨਿਆਂ ਤੋਂ ਨੌਕਰੀ ਕਰ ਰਹੀ ਸੀ ਤੇ ਉਹਨਾਂ ਮਹੀਨਿਆਂ ਵਿੱਚ ਮਾਲਿਕ ਜਿੰਨੀ ਮਿਹਰਬਾਨੀ ਮੇਰੇ ਤੇ ਕਰ ਚੁੱਕਿਆ ਸੀ, ਮੇਰੇ ਨਾਲ ਦਫ਼ਤਰ ਦੇ ਦੂਜੇ ਨੌਕਰ ਵੀ ਹੈਰਾਨ ਸੀ। ਅਕਸਰ ਔਰਤਾਂ ਮੈਨੂੰ ਕਹਿਣ ਲੱਗਦੀਆਂ ਸੀ ਕਿ ਅਸੀਂ ਇਸ ਦਫ਼ਤਰ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਹਾਂ, ਪਰ ਮਾਲਕ ਨੇ ਸਾਡੀ ਤਨਖਾਹ ਤਾਂ ਨਹੀਂ ਵਧਾਈ ਤੇ ਤੈਨੂੰ ਨੌਕਰੀ ਕਰਦੇ ਹੋਏ ਕੁਝ ਹੀ ਮਹੀਨੇ ਹੋਏ ਹਨ ਤੇ ਤੇਰੀ ਤਨਖਾਹ ਵੀ ਵਧਾ ਦਿੱਤੀ, ਤੈਨੂੰ ਬੋਨਸ ਵੀ ਦੇ ਦਿੱਤਾ, ਇਦਾਂ ਵੀ ਤੂੰ ਕੀ ਕੰਮ ਕਰਦੀ ਹੈ। ਮੈਨੂੰ ਖੁਦ ਮਾਲਕ ਦੀ ਇਸ ਕਿਸਮ ਦੀ ਮਿਹਰਬਾਨੀਆਂ ਦੀ ਵਜ੍ਹਾ ਸਮਝ ਨਹੀਂ ਆ ਰਹੀ ਸੀ। ਇੱਕ ਔਰਤ ਕਹਿਣ ਲੱਗੀ, ਬਸ ਮਾਲਕ ਇਸ ਕੁੜੀ ਦੀ ਖੂਬਸੂਰਤੀ ਤੇ ਮਰ ਮਿਟਿਆ ਹੈ, ਇਸ ਲਈ ਹੀ ਤਾਂ ਇਸ ਤੇ ਮਿਹਰਬਾਨੀਆਂ ਹੋ ਰਹੀਆਂ ਹਨ, ਨਹੀਂ ਤਾਂ ਇਸ ਕੁੜੀ ਵਿੱਚ ਦੂਜੀ ਕੋਈ ਖੂਬੀ ਤਾਂ ਨਹੀਂ ਹੈ। ਇਹ ਗੱਲ ਸੁਣ ਕੇ ਮੈਨੂੰ ਇਸ ਤੇ ਗੁੱਸਾ ਆਉਣ ਲੱਗਿਆ। ਮੈਂ ਕਿਹਾ, ਜ਼ਬਾਨ ਸੰਭਾਲ ਕੇ ਗੱਲ ਕਰ, ਜੇ ਮਾਲਕ ਮੈਨੂੰ ਤੁਹਾਡੇ ਲੋਕਾਂ ਤੋਂ ਉੱਪਰ ਰੱਖ ਰਹੇ ਹਨ ਤਾਂ ਜਾ ਕੇ ਮਾਲਕ ਨੂੰ ਪੁੱਛੋ, ਮੇਰੇ ਤੇ ਇਲਜ਼ਾਮ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਵੀ ਚਿੱਲਾ ਕੇ ਬੋਲੀ ਸੀ। ਮੇਰਾ ਲਹਿਜਾ ਤੇਜ਼ ਹੋਇਆ ਤਾਂ ਬਾਕੀ ਸਟਾਫ ਦੇ ਲੋਕ ਜਮ੍ਹਾਂ ਹੋ ਗਏ। ਔਰਤਾਂ ਵੀ ਮੇਰੇ ਨਾਲ ਲੜਨ ਲੱਗੀਆਂ। ਗੱਲ ਮਾਲਕ ਤੱਕ ਪਹੁੰਚ ਗਈ। ਜਦੋਂ ਮਾਲਕ ਵਜ੍ਹਾ ਪੁੱਛਣ ਲੱਗਾ ਤਾਂ ਮੈਂ ਬਿਨਾਂ ਕਿਸੇ ਲਿਹਾਜ਼ ਸ਼ਰਮ ਦੇ ਉਹ ਸਾਰੀ ਗੱਲ ਮਾਲਕ ਨੂੰ ਦੱਸ ਦਿੱਤੀ ਜੋ ਔਰਤਾਂ ਉਹਨਾਂ ਬਾਰੇ ਕਹਿ ਰਹੀਆਂ ਸੀ। ਜਦੋਂ ਸਭ ਦੇ ਸਾਹਮਣੇ ਗੱਲ ਮੈਂ ਦੱਸੀ ਤਾਂ ਮਾਲਕ ਦੀ ਘੂਰਦੀ ਨਜ਼ਰ ਸਾਰੀਆਂ ਔਰਤਾਂ ਤੇ ਸੀ ਤੇ ਉਹ ਔਰਤਾਂ ਮਾਲਕ ਦੇ ਤੇਵਰ ਦੇਖ ਕੇ ਸ਼ਰਮਿੰਦਾ ਜੀਆਂ ਹੋ ਚੁੱਕੀਆਂ ਸੀ। ਮਾਲਕ ਨੇ ਕਿਹਾ ਕਿ ਇਸ ਫੈਕਟਰੀ ਦਾ ਮਾਲਕ ਮੈਂ ਹਾਂ, ਮੇਰੀ ਮਰਜ਼ੀ, ਮੈਂ ਜਿਸ ਦੀ ਚਾਹਾਂ ਤਨਖਾਹ ਵਧਾਵਾਂ। ਤੁਸੀਂ ਲੋਕ ਕੌਣ ਹੁੰਦੇ ਹੋ ਕਿਸੇ ਦੇ ਉੱਪਰ ਉਂਗਲੀ ਉਠਾਉਣ ਵਾਲੇ। ਮਾਲਕ ਦੇ ਗੁੱਸੇ ਤੇ ਲਹਿਜੇ ਨਾਲ ਸਾਰੀਆਂ ਔਰਤਾਂ ਦੀ ਬੋਲਤੀ ਬੰਦ ਹੋ ਗਈ ਸੀ। ਮਾਲਕ ਨੇ ਕਿਹਾ, ਅੱਜ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਨੌਕਰੀ ਤੋਂ ਕੱਢ ਦੂੰਗਾ। ਮਾਲਕ ਦੀ ਧਮਕੀ ਕੰਮ ਆ ਗਈ ਸੀ ਤੇ ਮੇਰੀ ਜਾਨ ਨੂੰ ਵੀ ਸਕੂਨ ਹੋ ਗਿਆ ਸੀ, ਪਰ ਸ਼ਾਇਦ ਇਹ ਮੇਰੀ ਗਲਤ ਸੋਚ ਸੀ। ਚੰਦ ਮਹੀਨੇ ਬਾਅਦ ਹੀ ਹਕੀਕਤ ਜਦੋਂ ਮੇਰੇ ਸਾਹਮਣੇ ਆਈ ਤਾਂ ਮੈਂ ਚਕਰਾ ਕੇ ਰਹਿ ਗਈ। ਇੱਕ ਦਿਨ ਮਾਲਕ ਨੇ ਮੈਨੂੰ ਕਿਹਾ ਕਿ ਫੈਕਟਰੀ ਬੰਦ ਹੋਣ ਤੋਂ ਬਾਅਦ ਮੈਂ ਦਫ਼ਤਰ ਵਿੱਚ ਹੀ ਰਹਾਂ, ਕਿਤੇ ਨਾ ਜਾਵਾਂ, ਉਹਨਾਂ ਨੂੰ ਮੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਸੀ। ਜਦੋਂ ਸਾਰੀਆਂ ਵਰਕਰਾਂ ਛੁੱਟੀ ਦੇ ਬਾਅਦ ਇੱਥੇ ਨਹੀਂ ਰੁਕਦੀਆਂ ਸੀ ਤਾਂ ਮੈਂ ਕਿਉਂ ਰੁਕਦੀ, ਤੇ ਫਿਰ ਉਹ ਵੀ ਇਕੱਲੀ, ਕਿਉਂਕਿ ਇਹ ਹੁਕਮ ਸਿਰਫ ਮੇਰੇ ਲਈ ਸੀ। ਛੁੱਟੀ ਦੇ ਬਾਅਦ ਸਾਰੀਆਂ ਔਰਤਾਂ ਜਾ ਚੁੱਕੀਆਂ ਸੀ
ਤੇ ਦੂਜੇ ਕਰਮੀ ਵੀ ਜਾ ਰਹੇ ਸੀ। ਪਰ ਮਾਲਕ ਬਹੁਤ ਸਕੂਨ ਨਾਲ ਆਪਣੇ ਦਫ਼ਤਰ ਦੇ ਕਮਰੇ ਵਿੱਚ ਬੈਠੇ ਸੀ। ਮੈਂ ਜਰਾ ਜਿਹੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਕਿ ਉਹਨਾਂ ਨੂੰ ਕਹਾਂ ਕਿ ਜੇ ਕੋਈ ਕੰਮ ਹੈ ਤਾਂ ਮੈਨੂੰ ਦੱਸ ਦੇਣ, ਨਹੀਂ ਮੈਨੂੰ ਵੀ ਛੁੱਟੀ ਦੇ ਦੇਣ। ਮੇਰੀ ਦਸਤਕ ਤੇ ਮਾਲਕ ਨੇ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ, ਪਰ ਮੈਂ ਅੰਦਰ ਨਹੀਂ ਗਈ। ਬਸ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਦੀ ਦਹਿਲੀਜ਼ ਤੇ ਖੜੀ ਹੋ ਗਈ। ਮੈਂ ਕਿਹਾ, ਮਾਲਕ ਜੀ ਕਹੋ, ਕੀ ਕਹਿਣਾ ਹੈ ਤੁਸੀਂ? ਤਾਂ ਕਹਿਣ ਲੱਗੇ, ਐਵੇਂ ਤਾਂ ਗੱਲ ਨਹੀਂ ਹੋ ਸਕਦੀ, ਤੁਸੀਂ ਅੰਦਰ ਆ ਕੇ ਇੱਥੇ ਬੈਠੋ ਮੇਰੇ ਸਾਹਮਣੇ, ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਮੈਂ ਆਪਣੀ ਬਾਂਹ ਤੇ ਪਹਿਨੀ ਘੜੀ ਵੱਲ ਦੇਖਿਆ ਤੇ ਫਿਰ ਲੰਬੀ ਸਾਹ ਭਰਦੇ ਹੋਏ ਕੁਰਸੀ ਤੇ ਬੈਠ ਗਈ। ਪਰ ਹੈਰਾਨੀ ਮੈਨੂੰ ਉਸ ਸਮੇਂ ਹੋਈ ਜਦੋਂ ਮਾਲਕ ਨੇ ਕੋਈ ਗੱਲ ਨਹੀਂ ਕੀਤੀ, ਬਲਕਿ ਉਹ ਤਾਂ ਮੈਨੂੰ ਬਸ ਗੌਰ ਨਾਲ ਦੇਖ ਰਹੇ ਸੀ ਤੇ ਨਾਲ-ਨਾਲ ਮੁਸਕਰਾ ਵੀ ਰਹੇ ਸੀ। ਮਾਲਕ ਦੀ ਨਜ਼ਰਾਂ ਤੋਂ ਮੈਂ ਕੁਝ ਅਜੀਬ ਜਿਹੀ ਸੋਚ ਦਾ ਸ਼ਿਕਾਰ ਹੋਣ ਲੱਗੀ ਸੀ। ਉਸ ਦੇ ਬਾਅਦ ਜੋ ਮਾਲਕ ਨੇ ਮੈਨੂੰ ਕਿਹਾ, ਮੇਰਾ ਤਾਂ ਦਿਮਾਗ ਖੁੱਲ੍ਹ ਕੇ ਰਹਿ ਗਿਆ ਸੀ। ਕਹਿਣ ਲੱਗੇ ਕਿ ਤੁਸੀਂ ਸੱਚੀ ਬਹੁਤ ਸੁੰਦਰ ਹੋ, ਤੁਹਾਨੂੰ ਦੇਖ ਕੇ ਤਾਂ ਮੇਰੀ ਤਬੀਅਤ ਖੁਸ਼ ਹੋ ਜਾਂਦੀ ਹੈ। ਆਪਣੇ ਮਾਲਕ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੈਂ ਉਹਨਾਂ ਨੂੰ ਬਹੁਤ ਖਤਰਨਾਕ ਤੇਵਰਾਂ ਨਾਲ ਦੇਖਿਆ ਸੀ। ਉਹ ਸ਼ਰਮਿੰਦਾ ਹੋਣ ਦੀ ਬਜਾਏ ਮੁਸਕਰਾਉਣ ਲੱਗੇ। ਮੈਂ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋਏ? ਮੈਂ ਕਿਹਾ ਕਿ ਮੈਨੂੰ ਤੁਹਾਡੀ ਨੌਕਰੀ ਨਹੀਂ ਕਰਨੀ, ਵੈਸੇ ਵੀ ਮੈਂ ਇੰਨੀ ਦੇਰ ਤੱਕ ਇੱਥੇ ਤੁਹਾਡੀ ਇਹ ਫਜ਼ੂਲ ਗੱਲਾਂ ਨਹੀਂ ਸੁਣ ਸਕਦੀ। ਮੇਰਾ ਪਤੀ ਘਰ ਪਹੁੰਚ ਗਿਆ ਹੋਵੇਗਾ, ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ। ਮੇਰੇ ਮੂੰਹ ਤੋਂ ਇਹ ਗੱਲ ਸੁਣ ਕੇ ਮੇਰਾ ਮਾਲਕ ਮੈਨੂੰ ਘੂਰਦੇ ਹੋਏ ਕਹਿਣ ਲੱਗਿਆ ਕਿ ਤੁਸੀਂ ਸ਼ਾਦੀशुदा ਹੋ? ਮੈਂ ਕਿਹਾ, ਜੀ ਹਾਂ। ਮੈਂ ਦੇਖਿਆ ਕਿ ਇਹ ਸੁਣ ਕੇ ਮੇਰੇ ਮਾਲਕ ਦੇ ਚਿਹਰੇ ਤੇ ਅਜੀਬ ਜਿਹੀ ਖਾਮੋਸ਼ੀ ਛਾ ਗਈ ਸੀ। ਪਰ ਕੁਝ ਦੇਰ ਬਾਅਦ ਪੁੱਛਣ ਲੱਗਿਆ ਕਿ ਜੇ ਤੁਹਾਡਾ ਪਤੀ ਹੈ ਤੇ ਨੌਕਰੀ ਕਰਦਾ ਹੈ ਤਾਂ ਫਿਰ ਤੁਸੀਂ ਨੌਕਰੀ ਕਿਉਂ ਕਰ ਰਹੇ ਹੋ? ਮੈਂ ਕਿਹਾ ਕਿ ਮੇਰੇ ਪਤੀ ਦੀ ਤਨਖਾਹ ਬਹੁਤ ਘੱਟ ਹੈ, ਇਸ ਲਈ ਮੈਂ ਆਪਣੇ ਪਤੀ ਨੂੰ ਸਹਾਰਾ ਦਿੰਦੀ ਹਾਂ, ਇਸ ਲਈ ਨੌਕਰੀ ਕਰ ਰਹੀ ਹਾਂ। ਅਸੀਂ ਦੋਵੇਂ ਕਮਾਉਂਦੇ ਹਾਂ ਤਾਂ ਸਾਡਾ ਘਰ ਚੱਲਦਾ ਹੈ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਠੀਕ ਹੈ, ਤੁਸੀਂ ਜਾ ਸਕਦੇ ਹੋ, ਤੇ ਜੇ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਤਾਂ ਮੈਂ ਇਸ ਲਈ ਮਾਫੀ ਮੰਗਦਾ ਹਾਂ। ਤੁਸੀਂ ਕੱਲ ਤੋਂ ਡਿਊਟੀ ਤੇ ਆ ਜਾਣਾ। ਉਹ ਬਹੁਤ ਉਦਾਸੀ ਭਰੇ ਅੰਦਾਜ਼ ਵਿੱਚ ਕਹਿ ਰਿਹਾ ਸੀ। ਮੈਂ ਉੱਠ ਕੇ ਉਸਦੇ ਦਫ਼ਤਰ ਤੋਂ ਬਾਹਰ ਚਲੀ ਗਈ। ਮੇਰਾ ਪਤੀ ਵੀ ਨੌਕਰੀ ਕਰਦਾ ਸੀ ਤੇ ਮੈਂ ਵੀ। ਸਾਡੇ ਵਿਆਹ ਨੂੰ 1 ਸਾਲ ਹੋਇਆ ਸੀ, ਪਰ ਸਾਡੇ ਹੁਣ ਤੱਕ ਕੋਈ ਔਲਾਦ ਨਹੀਂ ਸੀ ਤੇ ਅਸੀਂ ਹੁਣ ਪੈਦਾ ਵੀ ਨਹੀਂ ਕਰਨਾ ਚਾਹੁੰਦੇ ਸੀ, ਕਿਉਂਕਿ ਇਸ ਲਈ ਸਾਡੇ ਹਾਲਾਤ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੇ ਸੀ। ਅਸੀਂ ਚਾਹੁੰਦੇ ਸੀ ਕਿ ਪਹਿਲਾਂ ਦੋਵੇਂ ਨੌਕਰੀ ਕਰਕੇ ਆਪਣਾ ਖੁਦ ਦਾ ਘਰ ਖਰੀਦ ਲਈਏ, ਆਪਣੀ ਤੰਗੀ ਦੂਰ ਕਰਕੇ ਫਿਰ ਹੀ ਅਸੀਂ ਔਲਾਦ ਦੇ ਬਾਰੇ ਵਿੱਚ ਸੋਚਾਂਗੇ। ਇਸ ਮਾਮਲੇ ਵਿੱਚ ਸਾਡੇ ਦੋਵੇਂ ਪਤੀ ਪਤਨੀ ਦੀ ਇੱਕ ਹੀ ਸੋਚ ਸੀ। ਕੁਝ ਦਿਨ ਤਾਂ ਮੇਰਾ ਮਾਲਕ ਖਾਮੋਸ਼ ਰਿਹਾ, ਪਰ ਕੁਝ ਦਿਨ ਬਾਅਦ ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ। ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦੇ ਹੋ? ਉਹ ਕਹਿਣ ਲੱਗਿਆ ਕਿ ਮੈਂ ਬਹੁਤ ਮਜਬੂਰ ਹਾਂ, ਜੇ ਤੁਸੀਂ ਮੇਰੀ ਮਜਬੂਰੀ ਹੱਲ ਕਰ ਦਿਓ ਤਾਂ ਮੈਂ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰ ਸਕਦਾ ਹਾਂ। ਮੈਂ ਪੁੱਛਿਆ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ, ਤੇ ਮੈਂ ਸੱਚੀ ਹੀ ਨਹੀਂ ਸਮਝੀ ਸੀ। ਫਿਰ ਜੋ ਗੱਲ ਉਸਨੇ ਮੈਨੂੰ ਦੱਸੀ ਉਹ ਸੁਣ ਕੇ ਮੇਰਾ ਦਿਮਾਗ ਚੱਕਰਾ ਗਿਆ। ਉਸਨੇ ਕਿਹਾ ਕਿ ਉਹ ਮੈਨੂੰ ਹੁਣੇ ਹੀ 2 ਕਰੋੜ ਦੀ ਰਕਮ ਦੇਣ ਨੂੰ ਤਿਆਰ ਹੈ, ਪਰ ਬਦਲੇ ਵਿੱਚ ਮੈਨੂੰ ਉਸਦੀ ਗੱਲ ਮੰਨਣੀ ਪਵੇਗੀ। ਉਹ ਗੱਲ ਇੰਨੀ ਮਾਮੂਲੀ ਜਿਹੀ ਤਾਂ ਨਹੀਂ ਸੀ ਜੋ ਮੈਂ ਮੰਨ ਜਾਂਦੀ। ਪਹਿਲਾਂ ਤਾਂ ਮੈਂ ਤੁਰੰਤ ਮਨਾ ਕਰ ਦਿੱਤਾ। ਉਸਨੇ ਮੈਨੂੰ ਕਿਹਾ ਕਿ ਮੈਂ ਸੋਚ ਸਮਝ ਕੇ ਜਵਾਬ ਦਵਾਂ। ਮੈਂ ਸੋਚ ਵਿੱਚ ਪੈ ਗਈ ਸੀ, ਕਿਉਂਕਿ ਇਹ ਰਕਮ ਬਹੁਤ ਵੱਡੀ ਸੀ ਤੇ ਮੇਰੀ ਹਰ ਜ਼ਰੂਰਤ ਤੇ ਮਸਲੇ ਦਾ ਹੱਲ ਵੀ ਸੀ। ਇਸ ਲਈ ਮੈਂ 2 ਦਿਨ ਦਾ ਸਮਾਂ ਮੰਗਿਆ। ਫਿਰ ਜਿਵੇਂ ਹੀ ਮੈਂ ਉੱਠ ਕੇ ਉਸਦੇ ਦਫ਼ਤਰ ਤੋਂ ਬਾਹਰ ਜਾਣ ਲੱਗੀ, ਉਸਨੇ ਮੈਨੂੰ ਕਿਹਾ ਕਿ ਉਹ 2 ਦਿਨ ਤੋਂ ਜ਼ਿਆਦਾ ਦਾ ਸਮਾਂ ਮੈਨੂੰ ਨਹੀਂ ਦੇ ਸਕਦਾ। ਮੈਂ ਉਸਨੂੰ 2 ਦਿਨ ਦੇ ਅੰਦਰ ਅੰਦਰ ਜਵਾਬ ਦੇ ਦੇਵਾਂ। ਮਤਲਬ ਇਹ ਸੀ ਕਿ ਹੁਣ ਮੈਨੂੰ ਆਪਣੇ ਪਤੀ ਨਾਲ ਗੱਲ ਕਰਨੀ ਸੀ। ਹੁਣ ਤੱਕ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਦਾ ਸਾਥ ਦੇ ਰਹੇ ਸੀ ਤੇ ਇੱਕ ਦੂਜੇ ਨੂੰ ਸਮਝ ਕੇ ਆਪਣੇ ਹਾਲਾਤਾਂ ਨੂੰ ਚੰਗਾ ਬਣਾਉਣ ਲਈ ਦੋਵੇਂ ਹੀ ਦਿਲ ਜਾਨ ਤੋਂ ਮਿਹਨਤ ਕਰ ਰਹੇ ਸੀ। ਪਰ ਹੁਣ ਜੋ ਗੱਲ ਮੈਨੂੰ ਆਪਣੇ ਪਤੀ ਨਾਲ ਕਰਨੀ ਸੀ ਉਹ ਛੋਟੀ ਨਹੀਂ ਸੀ। ਮੈਨੂੰ 80% ਇਸ ਗੱਲ ਦਾ ਯਕੀਨ ਸੀ ਕਿ ਉਹ ਮਨਾ ਕਰ ਦੇਵੇਗਾ। ਬਸ 20% ਹੀ ਉਮੀਦ ਸੀ ਕਿ ਸ਼ਾਇਦ ਮੰਨ ਜਾਵੇ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੇ। ਜੇ ਮੇਰਾ ਪਤੀ ਮੇਰੀ ਗੱਲ ਮੰਨ ਜਾਂਦਾ ਤਾਂ ਬਸ 1 ਸਾਲ ਦੀ ਗੱਲ ਸੀ। ਉਸ ਦੇ ਬਾਅਦ ਤਾਂ ਅਸੀਂ ਮਾਲਾਮਾਲ ਹੋ ਜਾਂਦੇ ਤੇ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਸੀ। ਪਰ ਉਹ ਗੱਲ ਇੰਨੀ ਵੀ ਆਮ ਨਹੀਂ ਸੀ ਕਿ ਮੈਂ ਆਪਣੇ ਪਤੀ ਨੂੰ ਬੇਝਿਜਕ ਹੋ ਕੇ ਕਹਿੰਦੀ। ਮੈਨੂੰ ਤਾਂ ਇਹ ਵੀ ਡਰ ਸੀ ਕਿ ਕਿਤੇ ਗੁੱਸੇ ਵਿੱਚ ਮੇਰੇ ਮੂੰਹ ਤੇ ਥੱਪੜ ਹੀ ਨਾ ਮਾਰ ਦੇਵੇ, ਕਿਉਂਕਿ ਗੱਲ ਉਸਦੀ ਇੱਜ਼ਤ ਤੇ ਜਾ ਕੇ ਲੱਗਦੀ ਸੀ ਤੇ ਕੋਈ ਵੀ ਮਰਦ ਆਪਣੀ ਇੱਜ਼ਤ ਤੇ ਇਦਾਂ ਦੀ ਗੱਲ ਬਰਦਾਸ਼ਤ ਨਹੀਂ ਕਰਦਾ। ਮੇਰੀ ਪੂਰੀ ਰਾਤ ਅੱਖਾਂ ਵਿੱਚ ਹੀ ਗੁਜ਼ਰੀ ਸੀ। ਮੈਂ ਬਸ ਇਹੀ ਸੋਚਦੀ ਰਹੀ ਕਿ ਪਤੀ ਨਾਲ ਕਿਵੇਂ ਗੱਲ ਕਰਾਂ। ਮੇਰੇ ਕੋਲ ਸਿਰਫ 2 ਦਿਨ ਸੀ।
ਜਿਸ ਵਿੱਚ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਤੇ ਵੱਡਾ ਫੈਸਲਾ ਕਰਨਾ ਸੀ। ਸਾਡੇ ਖਰਚੇ ਜ਼ਿਆਦਾ ਸੀ ਤੇ ਪੈਸੇ ਘੱਟ ਸੀ। ਜੋ ਸਾਡੇ ਹਾਲਾਤ ਸੀ, ਅਸੀਂ ਤਾਂ ਦੋਵੇਂ ਮਿਲ ਕੇ ਕੰਮ ਕਰਦੇ ਸੀ। ਉਦੋਂ ਜਾ ਕੇ ਮਹੀਨੇ ਦਾ ਗੁਜ਼ਾਰਾ ਚੱਲਦਾ ਸੀ। ਇਸ ਤਨਖਾਹ ਨਾਲ ਅਸੀਂ ਕਦੇ ਵੀ ਆਪਣਾ ਘਰ ਨਹੀਂ ਬਣਾ ਸਕਦੇ ਸੀ। ਹਾਲਾਂਕਿ ਮੈਂ ਮਿਹਨਤ ਇਸ ਲਈ ਕਰ ਰਹੀ ਸੀ ਤਾਂ ਕਿ ਪੈਸਿਆਂ ਨੂੰ ਇਕੱਠਾ ਕਰਕੇ ਅਸੀਂ ਆਪਣਾ ਖੁਦ ਦਾ ਘਰ ਖਰੀਦ ਸਕੀਏ ਤੇ ਕਿਰਾਏ ਦੇ ਘਰ ਦੇ ਝੰਜਟ ਤੋਂ ਸਾਡੀ ਜਾਨ ਛੁੱਟ ਜਾਵੇ। ਮੈਂ ਫੈਕਟਰੀ ਦੇ ਵਿੱਚ ਵੀ ਗਾਇਬ ਦਿਮਾਗ ਜਿਹੀ ਹੋ ਗਈ ਸੀ ਤੇ ਦਿਮਾਗ ਬਸ ਇੱਕ ਗੱਲ ਸੋਚੇ ਜਾ ਰਿਹਾ ਸੀ ਕਿ ਐਵੇਂ ਦਾ ਕੀ ਕਰਾਂ ਕਿ ਮੇਰਾ ਪਤੀ ਮੇਰੀ ਗੱਲ ਮੰਨ ਜਾਵੇ। ਰਾਤ ਨੂੰ ਮੈਂ ਆਪਣੇ ਪਤੀ ਦੀ ਪਸੰਦ ਦਾ ਖਾਣਾ ਬਣਾਇਆ। ਉਸ ਨੂੰ ਦੇਖ ਕੇ ਤਾਂ ਉਸ ਦਾ ਚਿਹਰਾ ਚਮਕ ਜਿਹਾ ਗਿਆ ਸੀ। ਫਿਰ ਕਹਿਣ ਲੱਗੇ, ਇਹ ਚੀਜ਼ ਨਾ ਬਣਾਇਆ ਕਰ, ਇੰਨੀ ਮਹਿੰਗੀ ਚੀਜ਼। ਜਾਣਦੀ ਹੈ ਨਾ ਸਾਡੇ ਘਰ ਦੇ ਹਾਲਾਤ ਕਿਵੇਂ ਦੇ ਹਨ। ਇਹੀ ਪੈਸੇ ਸਾਡੇ 4 ਦਿਨ ਦਾ ਸਾਦਾ ਖਾਣਾ ਬਣਾਉਣ ਵਿੱਚ ਲੱਗਦੇ ਹਨ। ਤੂੰ ਇੱਕ ਦਿਨ ਵਿੱਚ ਹੀ ਇੰਨਾ ਚੰਗਾ ਖਾਣਾ ਬਣਾ ਲਿਆ। ਉਸਨੇ ਪਲੇਟ ਵਿੱਚ ਖਾਣਾ ਪਾਉਂਦੇ ਹੋਏ ਕਿਹਾ ਸੀ। ਮੈਂ ਕਿਹਾ ਕਿ ਅਸੀਂ ਸਾਡੀ ਸਾਰੀ ਜ਼ਿੰਦਗੀ ਇਹੀ ਸੋਚਦੇ ਰਹਾਂਗੇ ਕਿ ਇੱਥੋਂ ਪੈਸਾ ਬਚਾ ਲਈਏ ਤਾਂ ਉੱਥੇ ਕੰਮ ਆ ਜਾਣਗੇ। ਕਦੇ ਇਹ ਨਹੀਂ ਸੋਚ ਸਕਦੇ ਕਿ ਅਸੀਂ ਬਿਨਾਂ ਸੋਚੇ ਸਮਝੇ ਪੈਸਾ ਖਰਚ ਕਰੀਏ, ਜੋ ਚੀਜ਼ ਚਾਹੇ ਖਾਈਏ, ਜੋ ਚੀਜ਼ ਚਾਹੇ ਖਰੀਦੀਏ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ, ਹਾਲਾਤ ਤੇਰੇ ਸਾਹਮਣੇ ਹੀ ਹਨ। ਸਾਡੇ ਨਸੀਬ ਵਿੱਚ ਸਭ ਐਸੋ ਆਰਾਮ ਨਹੀਂ ਹੈ। ਉਸਨੇ ਰੋਟੀ ਦਾ ਨਿਵਾਲਾ ਤੋੜਿਆ ਤੇ ਖਾਣ ਲੱਗਿਆ। ਮੈਂ ਕਿਹਾ ਕਿ ਮੈਨੂੰ ਇੱਕ ਆਫਰ ਮਿਲੀ ਹੈ, ਜੇ ਤੂੰ ਮੇਰਾ ਸਾਥ ਦੇਵੇਂ ਤਾਂ 1 ਸਾਲ ਵਿੱਚ ਹੀ ਕਰੋੜਪਤੀ ਬਣ ਸਕਦੇ ਹਾਂ। ਮੇਰੀ ਗੱਲ ਸੁਣ ਕੇ ਉਹ ਖਾਣਾ ਖਾਣਾ ਭੁੱਲ ਗਿਆ ਸੀ। ਕਹਿਣ ਲੱਗਿਆ, ਕੀ ਕਿਹਾ ਤੂੰ? ਐਦਾਂ ਦੀ ਕਿਹੜੀ ਆਫਰ ਮਿਲ ਗਈ ਹੈ ਤੈਨੂੰ? ਮੈਂ ਡਰਦੇ ਡਰਦੇ ਹੌਲੀ ਹੌਲੀ ਸਾਰੀ ਗੱਲ ਦੱਸ ਦਿੱਤੀ। ਬਹੁਤ ਖਾਮੋਸ਼ੀ ਨਾਲ ਉਸਨੇ ਮੇਰੀ ਗੱਲ ਸੁਣੀ ਸੀ, ਪਰ ਖਾਣਾ ਉੱਥੇ ਹੀ ਛੱਡ ਦਿੱਤਾ। ਇਹ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਕੁਝ ਦੇਰ ਕੁਝ ਨਹੀਂ ਬੋਲਿਆ, ਸੋਚਦਾ ਰਿਹਾ, ਮੇਰੇ ਵੱਲ ਦੇਖਦਾ ਰਿਹਾ। ਮੈਂ ਉਸਦੇ ਜਵਾਬ ਦੇ ਇੰਤਜ਼ਾਰ ਵਿੱਚ ਸੀ। ਸਮਝ ਨਹੀਂ ਪਾ ਰਹੀ ਸੀ ਕਿਵੇਂ ਪੁੱਛਾਂ ਜਾਂ ਨਹੀਂ ਪੁੱਛਾਂ। ਫਿਰ ਮੈਂ ਕਿਹਾ ਕਿ ਮੈਂ ਸੋਚ ਰਹੀ ਹਾਂ ਕਿ ਕੱਲ ਜਾ ਕੇ ਆਪਣੇ ਮਾਲਕ ਨੂੰ ਮਨਾ ਕਰ ਦੇਵਾਂ। ਇਹ ਗੱਲ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਿਆ, ਤੂੰ ਮੈਨੂੰ ਬਹੁਤ ਵੱਡੇ ਇਮਤਿਹਾਨ ਵਿੱਚ ਪਾ ਦਿੱਤਾ ਹੈ, ਪਰ ਜੋ ਰਕਮ ਤੇਰੇ ਮਾਲਕ ਨੇ ਕਹੀ ਹੈ ਉਹ ਰਕਮ ਇੰਨੀ ਜ਼ਿਆਦਾ ਹੈ ਕਿ ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਤੈਨੂੰ ਕੀ ਜਵਾਬ ਦੇਵਾਂ। ਸ਼ਾਇਦ ਉਹ ਵੀ ਮੇਰੀ ਤਰ੍ਹਾਂ ਉਲਝਿਆ ਹੋਇਆ ਸੀ ਤੇ ਉਸ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ। ਉਸ ਦੀ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਰੇ ਤੇ ਕੀ ਨਾ ਕਰੇ। ਫਿਰ ਉਸਨੇ ਮੈਨੂੰ ਕਿਹਾ ਕਿ ਠੀਕ ਹੈ, ਤੂੰ ਆਪਣੇ ਮਾਲਕ ਦੀ ਗੱਲ ਮੰਨ ਲੈ। ਅਸਲ ਵਿੱਚ ਮੇਰੇ ਮਾਲਕ ਨੇ ਇਹ ਕਿਹਾ ਸੀ ਕਿ ਉਹ ਬੇਔਲਾਦ ਹੈ ਤੇ ਉਸ ਦੀ ਪਤਨੀ ਬਾਂਝ ਹੈ। ਉਸ ਦੇ ਔਲਾਦ ਨਹੀਂ ਹੋ ਸਕਦੀ ਤੇ ਉਹ ਆਪਣੀ ਪਤਨੀ ਨੂੰ ਛੱਡ ਨਹੀਂ ਸਕਦਾ ਕਿਉਂਕਿ ਸਾਰਾ ਕਾਰੋਬਾਰ ਉਸ ਦੀ ਪਤਨੀ ਦੇ ਨਾਂ ਤੇ ਹੈ। ਉਹ ਕਹਿਣ ਲੱਗਿਆ ਕਿ ਉਸ ਨੂੰ ਖੂਬਸੂਰਤ ਬੱਚਾ ਚਾਹੀਦਾ ਹੈ ਤੇ ਕਿਉਂਕਿ ਮੈਂ ਖੂਬਸੂਰਤ ਹਾਂ, ਮੈਨੂੰ ਦੇਖ ਕੇ ਉਸ ਨੂੰ ਇਹ ਖਿਆਲ ਆਇਆ ਸੀ, ਇਸ ਲਈ ਮੈਂ ਤੇਰੇ ਤੇ ਜ਼ਿਆਦਾ ਮਿਹਰਬਾਨੀ ਕਰ ਰਿਹਾ ਹਾਂ। ਜੇ ਤੂੰ ਸ਼ਾਦੀशुदा ਨਾ ਹੁੰਦੀ, ਤੂੰ ਮੇਰੇ ਨਾਲ ਵਿਆਹ ਤੋਂ ਬਾਅਦ, ਬੱਚਾ ਹੋਣ ਦੇ ਬਾਅਦ ਤਲਾਕ ਨਾ ਲੈਂਦੀ। ਪਰ ਮੈਨੂੰ ਸਿਰਫ ਔਲਾਦ ਦੇ ਲਈ ਵਿਆਹ ਕਰਨਾ ਹੈ। ਹੁਣ ਤੂੰ ਸ਼ਾਦੀशुदा ਹੈ ਤਾਂ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ। ਜੇ ਤੇਰਾ ਪਤੀ ਰਾਜ਼ੀ ਹੋ ਜਾਵੇ ਜਾਂ ਉਹ ਤੈਨੂੰ ਤਲਾਕ ਦੇ ਦੇਵੇ ਤੇ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ। ਜਿਵੇਂ ਹੀ ਮੇਰੀ ਔਲਾਦ ਹੋਵੇਗੀ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਤਲਾਕ ਹੁੰਦੇ ਹੀ ਤੇਰਾ ਪਤੀ ਤੇਰੇ ਨਾਲ ਦੁਬਾਰਾ ਵਿਆਹ ਕਰਾ ਲਵੇਗਾ। 2 ਕਰੋੜ ਇੱਕ ਚੰਗੀ ਖਾਸੀ ਰਕਮ ਹੈ ਜਿਸ ਵਿੱਚ ਤੁਸੀਂ ਦੋਵੇਂ ਪਤੀ ਪਤਨੀ ਦੇ ਹਾਲਾਤ ਚੰਗੇ ਹੋ ਸਕਦੇ ਹਨ। ਇਹ ਉਹ ਗੱਲ ਸੀ ਜੋ ਮੇਰੇ ਮਾਲਕ ਨੇ ਮੈਨੂੰ ਕਹੀ ਸੀ। ਪਤੀ ਨੂੰ ਵੀ ਇਤਰਾਜ਼ ਨਹੀਂ ਸੀ, ਇਸ ਲਈ ਮੈਂ ਜਾ ਕੇ ਅਗਲੇ ਹੀ ਦਿਨ ਮਾਲਿਕ ਨੂੰ ਆਪਣੇ ਪਤੀ ਦੀ ਰਜ਼ਾਮੰਦੀ ਦੱਸ ਦਿੱਤੀ। ਫਿਰ ਐਦਾਂ ਹੀ ਹੋਇਆ, ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਮਾਲਕ ਨੇ ਮੇਰੇ ਨਾਲ ਵਿਆਹ ਕਰਾ ਲਿਆ। ਇਸ ਦੌਰਾਨ ਮਾਲਕ ਮੈਨੂੰ ਆਪਣੇ ਨਾਲ ਘਰ ਲੈ ਗਏ ਸੀ। ਉਹਨਾਂ ਦੀ ਪਤਨੀ ਬਹੁਤ ਖੂਬਸੂਰਤ ਸੀ, ਪਰ ਮੈਨੂੰ ਦੇਖ ਕੇ ਆਪਣੇ ਚਿਹਰੇ ਦਾ ਰੰਗ ਗੁੱਸੇ ਨਾਲ ਬਦਲ ਲੈਂਦੀ ਸੀ। ਉਹ ਮੈਨੂੰ ਮਜਬੂਰਨ ਬਰਦਾਸ਼ਤ ਕਰ ਰਹੀ ਸੀ ਤੇ ਮੈਨੂੰ ਵੀ ਮਾਲਕ ਨਾਲ ਪਿਆਰ ਨਹੀਂ ਸੀ। ਮੇਰਾ ਮਕਸਦ ਵੀ ਪੈਸੇ ਵਸੂਲ ਕਰਨਾ ਸੀ। ਹੁਣ ਮੇਰੇ ਵਿਆਹ ਨੂੰ 2 ਮਹੀਨੇ ਹੋਏ ਹੀ ਸੀ ਕਿ ਮੈਂ ਉਮੀਦ ਨਾਲ ਹੋ ਗਈ। ਮੈਨੂੰ ਤਾਂ ਖੈਰ ਇਸ ਗੱਲ ਨਾਲ ਕੋਈ ਖਾਸ ਖੁਸ਼ੀ ਹਾਸਲ ਨਹੀਂ ਸੀ ਕਿਉਂਕਿ ਮਾਲਕ ਮੇਰੀ ਮਜਬੂਰੀ ਸੀ, ਮੇਰਾ ਪਿਆਰ ਨਹੀਂ। ਮੈਨੂੰ ਹੁਣ ਵੀ ਆਪਣੇ ਪਤੀ ਨਾਲ ਹੀ ਪਿਆਰ ਸੀ, ਪਰ ਮਾਲਕ ਬਹੁਤ ਖੁਸ਼ ਸੀ। ਉਹ ਮੇਰਾ ਪਹਿਲਾਂ ਤੋਂ ਜ਼ਿਆਦਾ ਖਿਆਲ ਰੱਖਣ ਲੱਗਿਆ ਤੇ ਉਸ ਦੀ ਪਤਨੀ ਵੀ ਬਹੁਤ ਖੁਸ਼ ਸੀ। ਉਹ ਮੇਰੇ ਖਾਣ ਪੀਣ ਦਾ ਬਹੁਤ ਖਿਆਲ ਰੱਖਦੀ ਸੀ। ਮੈਨੂੰ ਖੁਦ ਆਪਣੇ ਸਾਹਮਣੇ ਜੂਸ ਪਿਲਾਉਂਦੀ, ਕਦੇ ਦੁੱਧ ਪਿਲਾਉਂਦੀ, ਮੇਰੀ ਦਵਾਈਆਂ ਮੈਨੂੰ ਸਮੇਂ ਤੇ ਦਿੰਦੀ। ਮੈਂ ਦਿਨੋਂ ਦਿਨ ਮਹੀਨੇ ਗਿਣ ਗਿਣ ਕੇ ਗੁਜ਼ਾਰ ਰਹੀ ਸੀ ਤਾਂ ਕਿ ਜਲਦੀ ਤੋਂ ਜਲਦੀ ਬੱਚਾ ਹੋਵੇ ਤੇ ਮੇਰੀ ਜਾਨ ਛੁੱਟੇ, ਮੈਨੂੰ ਪੈਸੇ ਮਿਲਣ ਤੇ ਮੈਂ ਆਪਣੀ ਜ਼ਿੰਦਗੀ ਐਸੋ ਆਰਾਮ ਨਾਲ ਆਪਣੇ ਪਤੀ ਨਾਲ ਗੁਜ਼ਾਰਾਂ ਤੇ ਫਿਰ ਆਪਣੇ ਪਤੀ ਨਾਲ ਬੱਚਾ ਪੈਦਾ ਕਰਾਂ। ਜਦੋਂ ਵੀ ਮੈਂ ਆਪਣੇ ਪਤੀ ਨੂੰ ਫੋਨ ਕਰਦੀ, ਉਹ ਬਹੁਤ ਉਦਾਸ ਜਿਹਾ ਹੋ ਜਾਂਦਾ। ਕਹਿਣ ਲੱਗਦਾ, ਮੈਂ ਤੈਨੂੰ ਕਹਿ ਤਾਂ ਦਿੱਤਾ ਸੀ
ਪਰ ਮੇਰੇ ਤੋਂ ਇਹ ਸਭ ਸਹਿਆ ਨਹੀਂ ਜਾ ਰਿਹਾ ਹੈ। ਮੈਨੂੰ ਅਫਸੋਸ ਹੋ ਰਿਹਾ ਹੈ। ਇਹ ਕੋਈ ਮਾਮੂਲੀ ਜਿਹੀ ਗੱਲ ਹਰਗਿਜ਼ ਨਹੀਂ ਸੀ। ਮੈਂ ਉਸ ਨੂੰ ਕਹਿੰਦੀ, ਹੁਣ ਤਾਂ ਬਹੁਤ ਘੱਟ ਸਮਾਂ ਰਹਿ ਗਿਆ ਹੈ, ਹੁਣ ਕਿਉਂ ਦਿਲ ਛੋਟਾ ਕਰ ਰਿਹਾ ਹੈ? ਬਸ ਕੁਝ ਹੀ ਮਹੀਨਿਆਂ ਦੀ ਗੱਲ ਹੈ। ਜਿਵੇਂ ਹੀ ਬੱਚਾ ਹੋਵੇਗਾ ਮਾਲਕ ਮੈਨੂੰ ਤਲਾਕ ਦੇ ਦੇਵੇਗਾ ਤੇ ਫਿਰ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗੀ ਤੇ ਸਾਡੀ ਸਾਰੀ ਜ਼ਿੰਦਗੀ ਦੀਆਂ तमाम ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਅਸੀਂ ਬਹੁਤ ਸੁੰਦਰ ਜਿਹਾ ਘਰ ਖਰੀਦਾਂਗੇ ਜਿਸ ਵਿੱਚ ਹਰ ਐਸੋ ਆਰਾਮ ਹੋਣਗੇ, ਗੱਡੀ ਲਵਾਂਗੇ, ਘੁੰਮਾਂਗੇ ਫਿਰਾਂਗੇ। ਮੇਰੀ ਗੱਲ ਸੁਣ ਕੇ ਉਹ ਫੋਨ ਬੰਦ ਕਰ ਦਿੰਦਾ ਸੀ। ਮੇਰੀਆਂ ਅੱਖਾਂ ਵਿੱਚ ਤਾਂ ਜਿਵੇਂ ਉਹ ਸੁਪਨਾ ਸੱਜਣ ਲੱਗਦਾ ਸੀ। ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਸੀ ਮੈਂ ਇਹੀ ਸੋਚਦੀ ਰਹੀ ਸੀ ਕਿ 2 ਕਰੋੜ ਮੈਨੂੰ ਕਿਵੇਂ ਖਰਚ ਕਰਨੇ ਹਨ। ਫਿਰ ਉਹ ਸਮਾਂ ਵੀ ਆ ਗਿਆ ਸੀ। ਮੇਰਾ ਇੰਤਜ਼ਾਰ ਖਤਮ ਹੋਇਆ। ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ। ਬੱਚਾ ਹੁੰਦੇ ਹੀ ਮੈਂ ਬੱਚੇ ਨੂੰ ਮਾਲਕਿਨ ਦੇ ਹਵਾਲੇ ਕਰ ਦਿੱਤਾ ਤੇ ਖੁਦ ਆਪਣੇ ਪਤੀ ਦੇ ਕੋਲ ਚਲੀ ਗਈ। ਪਰ ਘਰ ਦੇ ਦਰਵਾਜ਼ੇ ਤੇ ਦਸਤਕ ਦਿੰਦੇ ਹੋਏ ਮੇਰੇ ਹੱਥ ਥੱਕ ਗਏ ਸੀ, ਪਰ ਕਿਸੇ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਮੈਂ ਮੁਹੱਲੇ ਵਾਲਿਆਂ ਨੂੰ ਕਿਹਾ, ਦਰਵਾਜ਼ਾ ਤੋੜ ਦੇਣ। ਮੈਨੂੰ ਪਤਾ ਸੀ ਕਿ ਮੇਰਾ ਪਤੀ ਇਸ ਸਮੇਂ ਘਰ ਵਿੱਚ ਹੀ ਹੁੰਦਾ ਹੈ, ਕਿਤੇ ਨਹੀਂ ਜਾਂਦਾ। ਫਿਰ ਉਹ ਕਿਉਂ ਦਰਵਾਜ਼ਾ ਨਹੀਂ ਖੋਲ੍ਹਿਆ ਸੀ? ਦਰਵਾਜ਼ਾ ਟੁੱਟਦੇ ਹੀ ਜਦੋਂ ਮੈਂ ਅੰਦਰ ਦੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਮੇਰੀ ਦੁਨੀਆ ਹੀ ਖਤਮ ਹੋ ਗਈ ਹੋਵੇ। ਮਰੇ ਜਿਹੇ ਹੋਏ ਸਰੀਰ ਨਾਲ ਅੰਦਰ ਭੱਜੀ। ਸਾਹਮਣੇ ਮੇਰਾ ਪਤੀ ਬੇਸੁੱਧ ਪਿਆ ਸੀ। ਮੈਂ ਚੀਕਣਾ ਚਿੱਲਾਉਣਾ ਸ਼ੁਰੂ ਕਰ ਦਿੱਤਾ, ਪਰ ਬਹੁਤ ਦੇਰ ਹੋ ਚੁੱਕੀ ਸੀ। ਉਹ ਮੇਰਾ ਗਮ ਬਰਦਾਸ਼ਤ ਨਹੀਂ ਕਰ ਪਾਇਆ ਤੇ ਉਹ ਇਸ ਦੁਨੀਆ ਤੋਂ ਚਲਾ ਗਿਆ ਸੀ। ਮੈਂ ਰੋਂਦੇ ਹੋਏ 4 ਦਿਨ ਗੁਜ਼ਾਰ ਦਿੱਤੇ ਸੀ। ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਸੀ ਸਿਵਾਏ ਉਸ ਦੇ ਕਿ ਮੈਂ ਮਾਲਕ ਕੋਲ ਵਾਪਸ ਚਲੀ ਜਾਂਦੀ। ਉਸ ਨੂੰ ਕਹਿੰਦੀ ਕਿ ਉਹ ਮੈਨੂੰ ਸਹਾਰਾ ਦੇਣ, ਕਿਉਂਕਿ ਮੈਂ ਉਸਦੇ ਬੱਚੇ ਦੀ ਮਾਂ ਹਾਂ। ਪਰ ਜਿਵੇਂ ਹੀ ਮੈਂ ਮਾਲਕ ਦੇ ਘਰ ਪਹੁੰਚੀ, ਮਾਲਕ ਬਹੁਤ ਖੁਸ਼ ਸੀ। ਆਪਣੀ ਪਤਨੀ ਨੂੰ ਆਪਣੇ ਗਲ ਲਾ ਕੇ ਬੱਚੇ ਨੂੰ ਵੀ ਗੋਦੀ ਵਿੱਚ ਉਠਾ ਕੇ ਪਿਆਰ ਕਰ ਰਿਹਾ ਸੀ ਤੇ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ। ਕਹਿਣ ਲੱਗਾ, ਬਹੁਤ ਜਲਦੀ ਸੀ ਤੈਨੂੰ ਆਪਣੇ ਪਤੀ ਦੇ ਕੋਲ ਜਾਣ ਦੀ। ਅਰੇ ਆਪਣੇ 2 ਕਰੋੜ ਦਾ ਚੈੱਕ ਤਾਂ ਲੈ ਜਾਂਦੀ ਜਿਸ ਦੀ ਖਾਤਰ ਤੂੰ ਇਹ ਸਭ ਕੀਤਾ ਹੈ। ਉਸਨੇ ਉਹ 2 ਕਰੋੜ ਦਾ ਚੈੱਕ ਜੇਬ ਵਿੱਚੋਂ ਕੱਢ ਕੇ ਮੈਨੂੰ ਦੇ ਦਿੱਤਾ ਤੇ ਨਾਲ ਹੀ ਇੱਕ ਪੇਪਰ ਵੀ। ਕਹਿਣ ਲੱਗਾ, ਇਹ ਤੇਰੀ ਆਜ਼ਾਦੀ ਦਾ ਫਰਮਾਨ ਹੈ। ਮੈਂ ਤੈਨੂੰ ਤਲਾਕ ਦੇ ਦਿੱਤਾ ਹੈ, ਤੂੰ ਜਾ ਸਕਦੀ ਹੈ। ਇਹ ਸੁਣ ਕੇ ਤਾਂ ਮੇਰੇ ਦਿਮਾਗ 'ਚ ਧਮਾਕੇ ਹੋਣ ਲੱਗੇ ਸੀ। ਪੈਸੇ ਤਾਂ ਆ ਗਏ ਸੀ, ਪਰ ਮੈਂ ਬੇਸਹਾਰਾ ਹੋ ਗਈ ਸੀ, ਇਕੱਲੀ ਰਹਿ ਗਈ ਸੀ। ਜਿਸ ਦੀ ਖਾਤਰ ਮੈਂ ਇੰਨਾ ਵੱਡਾ ਕਦਮ ਉਠਾਇਆ, ਨਾ ਤਾਂ ਉਹ ਪਤੀ ਰਿਹਾ ਸੀ ਤੇ ਨਾ ਹੀ ਮੈਂ ਮਾਲਕ ਨਾਲ ਵਿਆਹ ਵਿੱਚ ਰਹੀ ਸੀ। ਇਸ ਲਾਲਚ ਨੇ ਮੈਨੂੰ ਮੇਰੇ ਤੋਂ ਹੀ ਖੋਹ ਲਿਆ ਸੀ। ਇਸ ਲਈ ਹੀ ਕਹਿੰਦੇ ਹਨ ਕਿ ਇਨਸਾਨ ਨੂੰ ਲਾਲਚ ਵਿੱਚ ਕੋਈ ਕਦਮ ਨਹੀਂ ਉਠਾਉਣਾ ਚਾਹੀਦਾ। ਦੋਸਤੋ, ਕੀ ਇਸ ਵਿੱਚ ਸਿਰਫ ਮੇਰੀ ਹੀ ਗਲਤੀ ਸੀ? ਤੇ ਹੁਣ ਮੈਂ ਆਪਣੀ ਜ਼ਿੰਦਗੀ ਕਿਵੇਂ ਕੱਟਾਂ, ਕੀ ਕਰਾਂ, ਕਿੱਥੇ ਜਾਵਾਂ? ਇਸ ਸੰਬੰਧੀ ਆਪਣੀ ਕੀਮਤੀ ਰਾਏ ਕਮੈਂਟ ਜ਼ਰੂਰ ਕਰਨਾ।